ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਬਲਬੀਰ ਜੰਡੂ ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੀ ਪਿਛਲੇ ਦਿਨਾਂ ਦੇ ਅੰਦਰ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੇ ਜਿਸ ਤਰ੍ਹਾਂ ਦਾ ਰੁਖ ਅਖਤਿਆਰ ਕੀਤਾ ਸੀਗਾ, ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਬਕਾਇਦਾ ਜਿਹੜਾ ਰੇਲਾਂ ਦੇ ਪਟੜੀਆਂ ਉੱਤੇ ਉਹਨਾਂ ਨੇ ਧਰਨੇ ਲਾਏ ਸੀਗੇ ਅਤੇ ਉਸ ਦੇ ਵਿੱਚ ਉਹਨਾਂ ਨੇ ਮਾਲ ਗੱਡੀਆਂ ਨੂੰ ਆਉਣ ਦੀ ਛੋਟ ਦੇ ਦਿੱਤੀ ਸੀ ਅਤੇ ਉਸ ਛੋਟ ਦੇ ਮੱਦੇਨਜ਼ਰ ਸਭ ਨੂੰ ਇਹ ਲੱਗਦਾ ਸੀਗਾ ਕਿ ਹੁਣ ਪੰਜਾਬ ਦੇ ਅੰਦਰ ਜਿਹੜੀ ਕੋਲੇ ਦੀ ਸਮੱਸਿਆ ਉਹ ਵੀ ਹੱਲ ਹੋ ਜਾਏਗੀ, ਜਿਹੜੀ ਖਾਦ ਨਹੀਂ ਆ ਰਹੀ ਜਿਹੜੀ ਕਿ ਜ਼ਰੂਰੀ ਹੈ ਖੇਤਾਂ ਦੇ ਲਈ, ਉਹ ਸਮੱਸਿਆ ਵੀ ਹੱਲ ਹੋ ਜਾਏਗੀ ਅਤੇ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਮਾਲ ਗੱਡੀਆਂ ਨਾ ਆਉਣ ਕਰਕੇ ਉਹ ਰੁਕੀਆਂ ਹੋਈਆਂ ਵੱਖ-ਵੱਖ ਸੂਬਿਆਂ ਦੇ ਅੰਦਰ ਜਿਹੜਾ ਮਾਲ ਖੜ੍ਹਾ ਹੋਇਆ ਗੱਡੀਆਂ ਦੇ ਵਿੱਚ ਪਿਆ ਤਾਂ ਉਹ ਸਾਰਾ ਆ ਜਾਏਗਾ। ਪਰ ਅਸੀਂ ਦੇਖਦੇ ਹਾਂ ਕਿ ਜਿਉਂ ਹੀ ਕਿਸਾਨਾਂ ਨੇ ਇਹ ਫੈਸਲਾ ਲਿਆ ਕਿ ਮਾਲ ਗੱਡੀਆਂ ਜਿਹੜੀਆਂ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਆ ਸਕਦੀਆਂ ਔਰ ਬਕਾਇਦਾ ਆਪਣੇ ਧਰਨੇ ਜਿਹੜੇ ਰੇਲ ਪਟੜੀਆਂ ਉੱਤੇ ਲਾਏ ਹੋਏ ਸੀ ਉਹਨਾਂ ਨੇ ਚੁੱਕ ਲਏ, ਤਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਕਿ ਪੰਜਾਬ ਵਿੱਚ ਮਾਲ ਗੱਡੀਆਂ ਨਹੀਂ ਜਾਣਗੀਆਂ ਔਰ ਉਸ ਦੇ ਪਿੱਛੇ ਵੀ ਉਹਨਾਂ ਨੇ ਦੋ ਕਾਰਨ ਜਿਹੜੇ ਹੈ ਉਹ ਲਏ। ਇੱਕ ਤਾਂ ਇਹ ਕਿ ਜਿਹੜਾ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਹੈ ਉਸ ਨੇ ਉਹ ਜਿਹੜੇ ਪਟੜੀਆਂ ਦੇ ਧਰਨੇ ਸੀ ਉਹ ਪੂਰੀ ਤਰ੍ਹਾਂ ਨਹੀਂ ਚੱਕੇ, ਜਿਸ ਤਰ੍ਹਾਂ ਰਾਜਪੁਰਾ ਥਰਮਲ ਪਲਾਂਟ ਦੇ ਅੱਗੇ, ਬਣਾਵਾਲਾ ਥਰਮਲ ਪਲਾਂਟ ਦੇ ਅੱਗੇ ਜਿਹੜਾ ਉਹਨਾਂ ਨੇ ਉੱਧਰ ਧਰਨਾ ਲਾਇਆ। ਇਸ ਤਰ੍ਹਾਂ ਹੀ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਵਿੱਚ ਜਿਹੜਾ ਦੇਵਦਾਸ ਪੁਰਾ ਜਿਹੜੇ ਤੇ ਉੱਤੇ ਉਹਨਾਂ ਨੇ ਧਰਨਾ ਲਾਇਆ ਹੋਇਆ ਸੀ, ਉਹ ਸਾਰੇ ਜਿਹੜੇ ਧਰਨੇ ਬਰਕਰਾਰ ਰਹਿਣ ਕਰਕੇ ਕੇਂਦਰ ਨੇ ਵੀ ਜਿਹੜਾ ਟਕਰਾਅ ਵਾਲਾ ਅਤੇ ਮੁਕਾਬਲੇਬਾਜ਼ੀ ਵਾਲਾ ਜਿਹੜਾ ਰੁਖ ਅਪਣਾਉਂਦਿਆਂ ਇਹ ਪਾਬੰਦੀਆਂ ਲਾਈਆਂ ਔਰ ਇਸ ਨਾਲ ਜਿਹੜਾ ਇੰਝ ਲੱਗਦਾ ਹੈਗਾ ਕਿਤੇ ਕੀ ਕੇਂਦਰ ਪੰਜਾਬ ਦੀ ਆਰਥਿਕ ਘੇਰਾਬੰਦੀ ਦੇ ਰਾਹ ਪੈ ਗਿਆ। ਤਾਂ ਇਹ ਸਾਰੇ ਮਸਲੇ ਦੇ ਉੱਤੇ ਗੱਲ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸ਼੍ਰੀ ਜਸਪਾਲ ਸਿੰਘ ਸਿੱਧੂ ਜੀ ਔਰ ਬਕਾਇਦਾ ਜਿਨ੍ਹਾਂ ਦਾ ਪਿਛਲਾ ਲੰਮਾ ਸਮਾਂ ਜਿਹੜਾ ਰਿਹਾ ਹੈਗਾ ਇਸ ਪ੍ਰੋਫੈਸ਼ਨ ਦੇ ਵਿੱਚ, ਜਰਨਲਿਜ਼ਮ ਦੇ ਵਿੱਚ, ਉਹਨਾਂ ਨੇ ਇਸ ਜੋ ਕੁਛ ਵੀ ਉਤਰਾਅ ਚੜ੍ਹਾਅ ਇਸ ਖੇਤਰ ਦੇ ਵਿੱਚ ਅਤੇ ਦੇਸ਼ ਦੇ ਵਿੱਚ ਆਏ ਹੈ ਉਹਨਾਂ ਨੂੰ ਬੜਾ ਨੇੜਿਓਂ ਦੇਖਿਆ, ਚਾਹੇ ਉਹ ਰਾਜਸੀ ਜਿਹੜੇ ਉਤਰਾਅ ਚੜ੍ਹਾਅ ਸੀ, ਚਾਹੇ ਉਹ ਵੱਖ-ਵੱਖ ਜਿਹੜੀਆਂ ਕਿਸਾਨ ਯੂਨੀਅਨ ਦੀਆਂ ਅੰਦੋਲਨ ਸੀ, ਚਾਹੇ ਉਹ ਟ੍ਰੇਡ ਯੂਨੀਅਨ ਦੇ ਅੰਦੋਲਨ ਸੀ। ਉਹ ਲੰਮਾ ਸਮਾਂ UNA ਦੇ ਵਿੱਚ ਸਪੈਸ਼ਲ ਕੋਰਸਪੋਂਡੈਂਟ ਦੇ ਤੌਰ 'ਤੇ ਕੰਮ ਕਰਦੇ ਰਹੇ ਆ। ਤਾਂ ਅਸੀਂ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਸਾਰੀ ਸਥਿਤੀ ਬਣ ਰਹੀ ਹੈ ਕੀ ਇਹ ਪੰਜਾਬ ਦੀ ਆਰਥਿਕ ਘੇਰਾਬੰਦੀ ਦੇ ਰਾਹ ਪੈ ਗਿਆ ਕੇਂਦਰ? ਇਹ ਸਿੱਧੂ ਸਾਹਿਬ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਬੜਾ ਇਹ ਸੀਰੀਅਸ ਡਿਵੈਲਪਮੈਂਟ ਹੈ, ਬੜੀ ਸੰਜੀਦਾ ਗੱਲਬਾਤ ਹੋ ਗਈ ਜਿਹੜੀ ਕਾਫੀ ਗਾਂਹ ਵੱਧ ਗਈ ਹੈ। ਆਰਥਿਕ ਘੇਰਾਬੰਦੀ ਲੱਗ ਰਹੀ ਹੈ ਵੀ ਆਰਥਿਕ ਘੇਰਾਬੰਦੀ ਹੋ ਜਾਏਗੀ ਜਦੋਂ ਮਾਲ ਗੱਡੀਆਂ ਬੰਦ ਹੋ ਜਾਣਗੀਆਂ। ਇੱਥੇ ਕੋਲਾ ਚਾਹੀਦਾ ਤਾਂ ਥਰਮਲ ਪਲਾਂਟ ਚੱਲਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਹ ਵੀ ਕਹਿਤਾ ਵੀ ਜੇ ਕੁਛ ਦਿਨ ਕੋਲਾ ਨਾ ਆਇਆ ਤਾਂ ਸਾਡਾ ਇੱਥੇ ਬਲੈਕ ਆਊਟ ਹੋ ਜਾਏਗੀ। ਉਹਨੇ ਰੇਲਵੇ ਮੰਤਰੀ ਨੂੰ ਰਿਕੁਐਸਟ ਵੀ ਕੀਤੀ ਹੈ ਵੀ ਤੁਸੀਂ ਰੇਲਾਂ ਚਲਾਓ। ਪਰ ਦੂਜੇ ਪਾਸੇ ਜਿਵੇਂ ਤੁਸੀਂ ਦੱਸਿਆ ਵੀ ਦੋ ਗਰੁੱਪ ਹੈ ਜਿਹੜੇ ਮਜ਼ਦੂਰ ਸੰਘਰਸ਼ ਕਮੇਟੀ ਅਤੇ ਜਿਹੜਾ ਅਗਰਾਹਾਂ ਗਰੁੱਪ ਹੈ, ਉਹਨਾਂ ਨੇ ਇਹ ਦੂਜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਫੈਸਲਾ ਸੀ ਵੀ ਅਸੀਂ ਰੇਲਾਂ ਤੋਂ ਹਟ ਗਏ ਹਾਂ। ਜਿਹੜੀਆਂ ਰੇਲ ਗੱਡੀਆਂ ਖਾਸ ਕਰਕੇ ਮਾਲ ਗੱਡੀਆਂ ਨੂੰ ਅਸੀਂ ਇਜਾਜ਼ਤ ਦੇ ਦਿੱਤੀ ਹੈ ਉਹ ਇੱਥੇ ਆ ਜਾਣ, ਸਮਾਨ ਲੈ ਕੇ ਜਾਣ। ਪਰ ਇਹਨਾਂ ਦੇ ਦੋਨਾਂ ਨੇ ਜਿਹੜਾ ਦੋ ਥਰਮਲ ਪਲਾਂਟਾਂ ਦੇ ਉੱਤੇ ਜਿਹੜਾ ਉਹਨਾਂ ਦਾ ਕੋਲਾ ਰੋਕਣ ਲਈ ਪ੍ਰਾਈਵੇਟ ਬਹਾਨਾ ਇਹ ਲਿਆ ਵੀ ਉਹ ਪ੍ਰਾਈਵੇਟ ਥਰਮਲ ਪਲਾਂਟ ਹੈ ਅਤੇ ਇਸ ਕਰਕੇ ਉੱਥੋਂ ਜਿਹੜਾ ਰੋਕਣ ਦਾ ਸ਼ੁਰੂ ਕੀਤਾ ਉਸ ਦੇ ਉੱਤੋਂ ਕੇਂਦਰ ਨੂੰ ਇਹ ਮੌਕਾ ਮਿਲ ਗਿਆ। ਕੇਂਦਰ ਨੇ ਇਹ ਕਹਿ ਦਿੱਤਾ ਵੀ ਹੁਣ ਅਸੀਂ ਗੱਡੀਆਂ ਚਲਾਉਂਦੇ ਨਹੀਂ। ਚਲਾਉਣ ਦੇ ਨਾਲ ਇੱਕ ਸ਼ਰਤ ਲਾਤੀ ਆ ਹੋਰ ਜੀ ਵੀ ਇਹ ਹੈ ਵੀ ਅਸੀਂ ਜੇ ਗੱਡੀ ਚਲਾਉਣੀ ਹੋਈ ਨਾਲ ਰੇਲ ਤਾਂ ਉਹਦੇ ਨਾਲ ਅਸੀਂ ਤੁਸੀਂ ਮੁਸਾਫਰ ਗੱਡੀਆਂ ਵੀ ਪੈਸੇਂਜਰ ਟ੍ਰੇਨ ਵੀ ਆ ਉਹ ਵੀ ਅਲਾਓ ਕਰੋ। ਪਰ ਉਹਦੇ 'ਚ ਸਿੱਧੂ ਸਾਹਿਬ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਤਾਂ ਫੈਸਲਾ ਇਹ ਕੀਤਾ ਹੈ ਕਿ ਜਿਹੜੀਆਂ ਮੁਸਾਫਰ ਗੱਡੀਆਂ ਉਹਨਾਂ ਨੂੰ ਰੋਕਣ ਲਈ ਉਹਨਾਂ ਨੇ ਜਿਹੜੇ ਰੇਲਵੇ ਸਟੇਸ਼ਨ ਹੈ ਉਹਨਾਂ 'ਤੇ ਆਪਣੇ ਧਰਨੇ ਲਾ ਲਏ।
ਹਾਂ ਉਹ ਤਾਂ ਠੀਕ ਹੈ, ਉਹਨਾਂ ਨੇ ਰੋਕਿਆ ਸੀ, ਪਰ ਇਹ ਇੱਕ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਕਿਸੇ ਮੂਵਮੈਂਟ ਨੂੰ ਸਰਕਾਰ ਦੀ ਤਰਫ ਤੋਂ ਹੋਵੇ ਜਾਂ ਕਿਸਾਨ ਜਾਂ ਸੰਘਰਸ਼ ਕਰਨ ਵਾਲੇ ਲੋਕਾਂ ਦੀ ਤਰਫ ਤੋਂ ਹੋਵੇ, ਜਦੋਂ ਇੱਕ ਸਟੇਜ ਲੰਘ ਜਾਂਦੇ ਉੱਥੋਂ ਵਾਪਸ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇੱਥੋਂ ਹੁਣ ਜਦੋਂ ਗਾਹਾਂ ਲੰਘੇ ਇਹ ਇਕਨੋਮਿਕ ਸੈਕਸ਼ਨ ਬਣਦੇ ਆ, ਆਰਥਿਕ ਘੇਰਾਬੰਦੀ ਬਣਦੀ ਆ, ਜਿਹਦੇ 'ਚੋਂ ਲੋਕਾਂ ਨੂੰ ਡਰ ਲੱਗਦਾ ਵੀ ਇਹ ਆਰਥਿਕ ਘੇਰਾਬੰਦੀ ਬਹੁਤ ਦੂਰ ਤੱਕ ਜਾ ਸਕਦੀ ਆ, ਇੱਥੇ ਇਹਦੇ ਬੜੇ ਰਿਜ਼ਲਟ ਗਲਤ ਨਿਕਲ ਸਕਦੇ। ਇੱਥੋਂ ਫਿਰ ਵਾਪਸ ਹੋਣਾ, ਰਿਜ਼ਾਲਵ ਕਰਨਾ ਮਸਲਾ, ਇਹਦਾ ਹੱਲ ਹੋਣਾ ਬੜਾ ਮੁਸ਼ਕਿਲ ਹੋ ਜਾਏਗਾ, ਕਿਉਂਕਿ ਜਿਹੜਾ ਕਿਸਾਨਾਂ ਦੀ ਹੁਣ ਮੰਗ ਹੈ MSP ਸ਼ੁਰੂ ਕਰੋ, MSP ਉੱਤੇ ਝੋਨਾ ਤੇ ਕਣਕ ਨੂੰ ਖਰੀਦੋ ਜਾਂ ਪੰਜਾਬ ਲਈ ਇਹ ਰਿਸਟੋਰ ਕਰੋ, ਇਹ ਵੱਡਾ ਸਵਾਲ ਹੈ, ਕਿਉਂਕਿ ਇਹਦੇ ਉੱਤੇ ਹੁਣ ਨਾ ਤਾਂ ਕੇਂਦਰ ਆਪਣੇ ਜਿਹੜੇ ਕਾਨੂੰਨ ਬਣਾਏ ਉਹ ਵਾਪਸ ਕਰਨ ਨੂੰ ਤਿਆਰ ਹੈ ਤੇ ਕਰੇਗਾ ਵੀ ਨਹੀਂ। ਕੋਈ ਵਾਇਆ ਮੀਡੀਆ ਨਿਕਲ ਸਕਦਾ, ਉਹਦੇ ਲਈ ਤਾਂ ਹੀ ਨਿਕਲ ਸਕਦਾ ਜੇ ਕੋਈ ਰਸਤਾ ਉਹਦੇ ਲਈ ਤਿਆਰ ਕੀਤਾ ਜਾਵੇ। ਪਰ ਸਵਾਲ ਇਹ ਹੋਇਆ ਵੀ ਕਿਸਾਨਾਂ ਨੇ ਵੀ ਇੱਕ ਹਿੱਸੇ ਨੇ ਜਾ ਕੇ ਅੱਗੇ ਵੱਧ ਕੇ ਗੱਲ ਕਰਤੀ, ਦੂਜੇ ਪਾਸੇ ਇੱਧਰ ਵੀ ਸੈਂਟਰ ਉਦੋਂ ਵੀ 2 ਕਦਮ ਵਧਿਆ। ਅਸਲ ਵਿੱਚ ਸੈਂਟਰ ਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਦੁਸਹਿਰੇ ਵਾਲੇ ਦਿਨ ਜਿਹੜਾ ਮੋਦੀ ਦੇ ਪੁਤਲੇ ਔਰ ਪੰਜਾਬ ਦੇ ਸਾੜੇ ਗਏ, ਉੱਥੋਂ ਉਹ ਬਹੁਤ ਜ਼ਿਆਦਾ BJP ਖਫਾ ਹੈ, BJP ਪਾਰਟੀ ਵੀ ਖਫਾ ਹੈ, ਸੈਂਟਰ ਵੀ ਖਫਾ ਹੈ। ਉਹ ਇਹਨਾਂ ਨੂੰ ਵੱਡਾ ਸ਼ੌਕ ਦੇ ਲੈਵਲ ਤੇ ਲੱਗਿਆ, ਇਸ ਕਰਕੇ ਬਹਾਨਾ ਜਿਹੜਾ ਸੀਗਾ ਉਹ ਉਹਨਾਂ ਨੂੰ ਮਿਲ ਗਿਆ ਵੀ ਜਦੋਂ ਆਹ ਮਾਲ ਗੱਡੀਆਂ। ਪਰ ਇਹਦੇ 'ਚ ਇਹ ਹੈਗਾ ਸਿੱਧੂ ਸਾਹਿਬ ਕਿ ਜਿਸ ਤਰ੍ਹਾਂ ਮਾਲ ਗੱਡੀਆਂ ਦੀ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਮਾਲ ਗੱਡੀਆਂ ਜੇ ਨਹੀਂ ਆਉਂਦੀਆਂ ਤਾਂ ਉਹਦੇ ਨਾਲ ਜਿਹੜੀ ਇੱਥੇ ਸਨਅਤ ਹੈ ਉਹਦਾ ਜਿਹੜਾ ਮਾਲ ਤਿਆਰ ਹੋਣਾ ਜਾਂ ਉਹਦਾ ਜਿਹੜਾ ਕੱਚਾ ਮਾਲ ਹੋਣਾ ਉਹ ਵੀ ਤਾਂ ਪ੍ਰਭਾਵਿਤ ਹੋਣੀ ਹੈ, ਨਿਰਾ ਕਿਸਾਨ ਤਾਂ ਨਹੀਂ ਪ੍ਰਭਾਵਿਤ ਹੋਣਾ। ਦੇਖੋ ਕਿਸਾਨ ਵੀ ਪ੍ਰਭਾਵਿਤ ਹੋਵੇਗਾ, ਜਿਹਦਾ ਪੈੜੀ ਹੈ ਜਿਹੜੀ ਪੈੜੀ ਵੀ ਬਾਹਰ ਨਹੀਂ ਹੋਣਾ, ਮੇਰਾ ਮਤਲਬ ਹੋਰ ਵੀ ਲੋਕ ਜਿਹੜੇ ਹੈਗੇ ਬਿਲਕੁਲ ਹੋਰ ਵੀ ਲੋਕ ਪ੍ਰਭਾਵਿਤ ਹੋਣਗੇ, ਪਰ ਇਮੀਡੀਏਟਲੀ ਕਿਸਾਨ ਵੀ ਪ੍ਰਭਾਵਿਤ ਹੋ ਰਿਹਾ। ਇੱਥੇ ਮੰਡੀਆਂ ਦੇ ਵਿੱਚ ਗਲਟ ਆ ਜਾਏਗਾ, ਬਹੁਤ ਵੱਡਾ ਮਾਲ ਇਕੱਠਾ ਹੋ ਜਾਏਗਾ। ਇਹਨੂੰ ਹੁਣ ਝੋਨੇ ਨੂੰ ਕਿਵੇਂ ਚੱਕਿਆ ਜਾਊ, ਕਿਵੇਂ ਪੰਜਾਬ ਦੇ ਗੋਦਾਮ ਖਾਲੀ ਹੋਣਗੇ ਜਾਂ ਮਾਰਕੀਟ ਯਾਰਡ ਹੈ ਕਿਵੇਂ ਖਾਲੀ ਕੀਤੇ ਜਾਣਗੇ, ਜਾਂ ਇੱਥੇ ਬਾਰਦਾਨਾ ਮੁੱਕ ਗਿਆ ਉਹ ਕਿਵੇਂ ਆਊਗਾ। ਇੱਥੇ ਸਾਰਾ ਕੁਛ ਜਿਹੜਾ ਹੈ ਕਿ ਨਾ ਇਹ ਜੁੜਿਆ ਵਾ ਇਸੇ ਨਾਲ ਮਾਲ ਗੱਡੀਆਂ ਦੇ ਨਾਲ। ਇਹ ਮਾਲ ਗੱਡੀਆਂ ਸਾਰਿਆਂ ਨੂੰ ਅਫੈਕਟ ਕਰਨਗੀਆਂ ਜੇ ਸਪਲਾਈ ਬੰਦ ਹੋ ਗਈ, ਜੇ ਫਰਜ਼ ਕੀਤਾ ਬਲੈਕ ਆਊਟ ਵਰਗੀ ਕੰਡੀਸ਼ਨ ਹੋ ਗਈ ਤਾਂ ਇਹ ਮੈਨੂੰ ਫਿਰ ਲੱਗਦਾ ਵੀ ਹਾਲਤ ਬਹੁਤ ਜ਼ਿਆਦਾ ਵਿਗੜਨ ਦੇ ਚਾਂਸ ਜ਼ਿਆਦਾ ਹੋ ਸਕਦੇ। ਇਸ ਕਰਕੇ ਕੋਸ਼ਿਸ਼ ਇਹ ਚਾਹੀਦੀ ਹੈ ਵੀ ਹਜੇ ਵੀ ਵਿਚਾਲੇ ਕੋਈ ਨਾ ਕੋਈ ਵਾਇਆ ਮੀਡੀਆ ਕੱਢਿਆ ਜਾਵੇ। ਪਰ ਇਹ ਦੇਖਦੇ ਆ ਵੀ ਜਿਸ ਤਰੀਕੇ ਦੇ ਪੋਸਚਰ ਹੈ, ਜਿਸ ਕਿਸਮ ਦਾ ਕੋਈ ਦੋਨੋਂ ਧਿਰਾਂ ਜਿਸ ਤਰੀਕੇ ਵੱਲ ਜਾ ਰਹੀਆਂ ਸੈਂਟਰ ਤੇ ਪੰਜਾਬ। ਸਿੱਧੂ ਸਾਹਿਬ ਇੱਕ ਤਾਂ ਲੱਗਦਾ ਨਾ ਕਿ ਕਿਸਾਨ ਜਥੇਬੰਦੀਆਂ ਤੇ ਧਿਰਾਂ ਚਾਹੁੰਦੀਆਂ ਕਿ ਕੋਈ ਨਾ ਕੋਈ ਹੱਲ ਨਿਕਲੇ ਤੇ ਉਹਨਾਂ ਦੇ ਜਿਹੜੀ ਬਹੁਤੀ ਧਿਆਨ ਵੀ ਹੈ ਜਾਂ ਮੁੱਖ ਉਹਨਾਂ ਦਾ ਮੁੱਦਾ ਵੀ ਹੈ ਉਹ ਇਹੀ ਹੈ ਕਿ MSP ਉਹਨਾਂ ਨੂੰ ਮਿਲਦੀ ਰਹੇ। ਤਾਂ ਇਸ ਕਰਕੇ ਕੇਂਦਰ ਨੂੰ ਵੀ ਚਾਹੀਦਾ ਹੈ ਕਿ ਜੇ ਇਹਦੇ ਤੇ ਕੋਈ ਨਵਾਂ ਕਾਨੂੰਨ ਬਣ ਸਕਦਾ ਹੈ, ਕੋਈ ਜੇ ਪੁਰਾਣੇ ਕਾਨੂੰਨ ਨਾਲ ਰੱਖਣੇ ਆ, MSP ਦੀ ਗਰੰਟੀ ਤਾਂ ਹੋਣੀ ਹੀ ਚਾਹੀਦੀ ਹੈ ਨਾ। MSP ਦੀ ਗਰੰਟੀ ਹੋਣੀ ਚਾਹੀਦੀ ਹੈ। MSC ਦੀ ਗਰੰਟੀ ਕਿਵੇਂ ਦਿੱਤੀ ਜਾਵੇ, ਕਾਨੂੰਨ ਵਾਪਸ ਕਰਕੇ ਤਾਂ ਇੱਕ ਤਰੀਕੇ ਦਾ ਕਾਨੂੰਨ ਵਾਪਸ ਕਰਨਾ ਮਤਲਬ ਮੋਦੀ ਸਰਕਾਰ ਦਾ ਨਹੀਂ, ਨਵਾਂ ਕਾਨੂੰਨ ਵੀ ਤਾਂ ਬਣ ਸਕਦਾ ਨਾ, ਨਵਾਂ ਕਾਨੂੰਨ ਬਣ ਸਕਦਾ, ਅਮੈਂਡ ਹੋ ਸਕਦਾ, ਕੋਈ ਹੋਰ ਵਾਇਆ ਮੀਡੀਆ ਕੱਢਿਆ ਜਾ ਸਕਦਾ, ਇਹੋ ਜਿਹੇ ਕੋਈ ਤਰੀਕੇ ਕੀਤੇ ਜਾ ਸਕਦੇ ਆ ਤੇ ਇਹ ਸਾਰਾ ਕੁਝ ਕੀਤਾ। ਪਰ ਉਹ ਕਰਨ ਦੇ ਸਵਾਏ ਸਵਾਲ ਹੈ ਵੀ ਪੋਜੀਸ਼ਨਾਂ ਦੋਨੋਂ ਪਾਸੇ ਟਫ ਸਟਰੋਂਗ ਪੋਜੀਸ਼ਨਾਂ ਲਈਆਂ ਜਾ ਰਹੀਆਂ ਤੇ ਇਹ ਹੁਣ ਜਿਹੜੀ ਸੈਂਟਰ ਦਾ ਪੋਜੀਸ਼ਨ ਹੈ, ਇਹ ਜਿਹੜੀ ਇਕਨੋਮਿਕ ਘੇਰਾਬੰਦੀ, ਆਰਥਿਕ ਘੇਰਾਬੰਦੀ ਹੈ, ਇਹ ਆਪਣੇ ਆਪ ਵਿੱਚ ਬਹੁਤ ਸਖਤ ਸਟੈਪ ਹੈ। ਇਹ ਹੈਗਾ ਵੀ ਤੁਹਾਨੂੰ ਥੱਲੇ ਲਾ ਕੇ ਦੇਖਣਾ। ਇਹਦੇ ਪਿੱਛੇ ਜੇ ਆਰਥਿਕ ਘੇਰਾਬੰਦੀ ਨਹੀਂ ਟੁੱਟਦੀ ਛੇਤੀ ਕੀਤੇ ਤਾਂ ਇਹ ਦੂਜੇ ਪਾਸੇ ਪੰਜਾਬ ਦੇ ਵਿੱਚ ਹੋਰ ਵੀ ਲੋਕਾਂ ਦੀਆਂ ਜਿਹੜੀ ਮੂਵਮੈਂਟ ਤੇਜ਼ ਹੋ ਗਈ। ਇੱਕ ਤਰੀਕੇ ਨਾਲ ਮੂਵਮੈਂਟ ਇਹ ਲੱਗ ਰਿਹਾ ਸੀ ਕਿਸਾਨੀ ਹੁਣ ਚੁੱਪ ਕਰਕੇ ਬੈਠ ਗਈ, ਹਜੇ ਅਗਲਾ ਸਟੈਪ ਹੈ ਨਹੀਂ ਦਿਸਦਾ। 2-4 ਦਿਨਾਂ ਦਾ 10 ਦਿਨਾਂ ਦਾ ਇਹ ਲੱਗ ਰਿਹਾ ਸੀ ਠੰਡਾ ਹੋ ਗਿਆ ਕੰਮ, ਪਰ ਇਹਨੇ ਫੇਰ ਗਰਮ ਕਰਤਾ। ਇਸ ਕਰਕੇ ਜਿਹੜੀ ਹਾਲਾਤ ਹੈ ਸਾਡੀ, ਇਹ ਹੁਣ ਪਹਿਲੇ ਜੇ ਕਿਸੇ ਵੇਲੇ ਕੋਈ ਇਹੋ ਜਿਹੇ ਹਾਲਾਤ ਹੋਏ ਸੀ 80-81 'ਚ, ਉਦੋਂ ਕਿਤੇ ਅਗਾਂਹ ਲੈ ਗਏ ਹਾਲਾਤ, ਖਾਸ ਕਰਕੇ ਲੋਕਾਂ ਨੂੰ ਸਾਰਿਆਂ ਨੂੰ ਇਕੱਠਾ ਹੋ ਗਿਆ। ਇਹਦੇ ਵਿੱਚ BJP ਪਾਰਟੀ ਦਾ ਇੱਥੇ ਜਿਹੜੀ ਹੋਂਦ ਹੈ, ਜਿਹੜੀ ਛੋਟੀ ਮੋਟੀ ਬਚੀ ਹੋਈ ਹੈ, ਉਹਦੇ ਉੱਤੇ ਜ਼ਿਆਦਾ ਅਸਰ ਪਵੇਗਾ। ਤੇ ਇਸ ਪਰ ਉਹਦੇ 'ਚ ਇੱਕ ਤਾਂ ਇਹ ਵੀ ਹੈ ਸਭ ਕਿ ਹੁਣ ਜਿੰਨਾ ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਇਕਾਈ ਹੈ ਉਹਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਔਰ ਉਸ ਕੋਰ ਕਮੇਟੀ ਤੋਂ ਬਾਅਦ ਉਹਨਾਂ ਨੇ ਬਕਾਇਦਾ ਰਾਜਪਾਲ ਨੂੰ ਚਿੱਠੀ ਵੀ ਲਿਖੀ ਹੈ, ਜਿਹਦੇ 'ਚ ਉਹਨਾਂ ਨੇ ਬਜਾਏ ਕਿ ਇਸ ਗੱਲ ਨੂੰ ਠੰਡਾ ਕੀਤਾ ਜਾਂਦਾ ਕਿਉਂਕਿ ਪੰਜਾਬ ਦੀ ਧਰਤੀ 'ਤੇ ਉਹ ਰਹਿ ਰਿਹਾ ਅਤੇ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ, ਪੰਜਾਬ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ, ਉਹਨਾਂ ਨੇ ਤਾਂ ਇਹ ਕਹਿ ਦਿੱਤਾ ਹੈ ਰਾਜਪਾਲ ਨੂੰ ਕਿ ਤੁਸੀਂ ਜਿਹੜਾ ਹੈ
ਜਿਨ੍ਹਾਂ ਨੇ ਪੁਤਲੇ ਸਾੜੇ ਆ ਮੋਦੀ ਦੇ ਦੁਸਹਿਰੇ ਵਾਲੇ ਦਿਨ, ਉਹਨਾਂ ਦੇ ਖਿਲਾਫ ਪੁਲਿਸ ਕੇਸ ਦਰਜ ਕਰੋ। ਬਿਲਕੁਲ ਬਿਲਕੁਲ, ਇਹਦੇ ਨਾਲ ਤਾਂ ਟਕਰਾਅ ਨਹੀਂ ਵਧੇਗਾ। ਦੇਖੋ ਉਹ ਇਹਦੇ ਨਾਲ ਵੀ ਟਕਰਾਅ ਵਧੇਗਾ, ਸ਼ਾਇਦ ਇਹਨਾਂ ਦੀ ਸੁਜੈਸ਼ਨ ਤੇ ਇਹਨਾਂ ਦੇ ਕਹਿਣ ਤੇ ਹੀ ਟਕਰਾਅ ਵਧਿਆ, ਜਿਹੜਾ ਗੱਡੀਆਂ ਰੋਕ ਲਈਆਂ ਗਈਆਂ, ਟ੍ਰੇਨਾਂ ਰੋਕ ਦਿੱਤੀਆਂ ਗਈਆਂ, ਮਾਲ ਟ੍ਰੇਨਾਂ ਵੀ, ਗੁਡਸ ਟ੍ਰੇਨ ਵੀ ਰੋਕ ਦਿੱਤੀਆਂ ਗਈਆਂ। ਇਹੀ ਹੈ ਜਿਹੜੀ ਪਾਰਟੀ ਦਾ ਇੱਕ ਰੁਝਾਨ ਹੈ, ਉਹ ਬੜਾ ਤਿੱਖਾ ਹੋ ਰਿਹਾ। ਇਹਦੇ 'ਚ ਸਾਲਵ ਹੋਣ ਵਾਲੇ ਪਾਸੇ ਨਹੀਂ ਜਾ ਰਹੇ। ਇਹ ਆਪਣੀ ਪੋਜੀਸ਼ਨ ਨੂੰ ਉਸੇ ਤਰੀਕੇ ਨਾਲ ਬਾਕੀ ਸੈਂਟਰ ਵਿੱਚ ਵੀ ਬੜੀ ਮੋਦੀ ਨੂੰ ਇਸ ਕਿਸਮ ਦਾ ਪ੍ਰਾਈਮ ਮਿਨਿਸਟਰ ਮੋਦੀ ਨੂੰ ਚੈਲੰਜ ਕਦੇ ਇਸ ਕਿਸਮ ਦਾ ਹੈ ਨਹੀਂ ਸੀ ਜਿਹੜਾ ਸਿੱਧਾ ਉਸ ਨੂੰ ਚੈਲੰਜ ਕੀਤਾ ਗਿਆ। ਪੰਜਾਬ ਦੇ ਵਿੱਚ ਬਹੁਤ ਥਾਵਾਂ ਉੱਤੇ ਇਸ ਪੁਤਲੇ ਸਾੜੇ ਗਏ। ਇਸ ਕਰਕੇ ਇਹਦਾ ਵੀ ਉਹ ਇਸ ਦੀ ਇੱਕ ਤਰੀਕੇ ਦੀ ਜਿਹੜਾ ਇਸ ਕਿਸਮ ਦਾ ਜਿਹੜਾ ਸਾਰਾ ਹੋਇਆ, ਉਹ ਵੀ ਉਹਨਾਂ ਲਈ ਕੁਛ ਨਾ ਬਰਦਾਸ਼ਤਯੋਗ ਗੱਲ ਹੀ ਹੈ ਪਾਰਟੀ ਲਈ। ਤੇ ਪਰ ਦੂਜੇ ਪਾਸੇ ਇਹ ਹੈ, ਪਰ ਜਦੋਂ ਇਹੋ ਜਿਹਾ ਸਟੈਪ ਚੱਕਦੇ ਆ ਤਾਂ ਜ਼ਿਆਦਾ ਜਿਹੜੀਆਂ ਸੰਘਰਸ਼ ਕਰ ਰਹੀਆਂ ਜਿੰਨੀਆਂ ਵੀ ਧਿਰਾਂ ਹੈਗਾ, ਉਹ ਜ਼ਿਆਦਾ ਇਕੱਠੀਆਂ ਹੁੰਦੀਆਂ, ਰੋਹ ਮਿਲਦਾ। ਇਹਦੇ ਨਾਲ ਤਾਂ ਹੁਣ ਇੱਕ ਸ਼ੰਭੂ ਮੋਰਚਾ ਵੀ ਤਕੜਾ ਹੋ ਕੇ ਕੱਲ ਜ਼ੋਰ ਸ਼ੋਰ ਨਾਲ ਇਕੱਠੇ ਹੋ ਰਹੇ। ਆਪਾਂ ਸ਼ੰਭੂ ਮੋਰਚੇ ਦੀ ਵੀ ਗੱਲ ਕਰਾਂਗੇ ਸਾਹਿਬ, ਪਰ ਇਹਦੇ ਨਾਲ ਹੀ ਜੁੜੀ ਹੋਈ ਗੱਲ ਹੈ, ਜਿਸ ਤਰ੍ਹਾਂ ਕਿ ਹੁਣ ਜਿਹੜੀਆਂ ਕੌਮੀ ਹੈਗੀਆਂ ਜਥੇਬੰਦੀਆਂ ਦੇਸ਼ ਪੱਧਰ ਤੇ 250 ਕਿਸਾਨ ਜਥੇਬੰਦੀਆਂ, ਉਹਨਾਂ ਦੇ ਜਿਸ ਤਰ੍ਹਾਂ ਕੱਲ ਵਰਕਿੰਗ ਗਰੁੱਪ ਦੀ ਮੀਟਿੰਗ ਹੋਈ ਹੈ, ਔਰ ਅੱਜ ਉਹਨਾਂ ਦੀ ਸਮੁੱਚੀ ਜਿਹੜੀ ਇੱਕ ਨੈਸ਼ਨਲ ਲੈਵਲ ਦੀ ਜਿਹੜੀ ਤਾਲਮੇਲ ਕਮੇਟੀ ਹੈ, ਉਹਦੀ ਮੀਟਿੰਗ ਜਿਹੜੀ ਹੈ ਹੋ ਰਹੀ ਹੈ। ਤੇ ਉਹਨਾਂ ਨੇ 4 ਵਜੇ ਉਹਨਾਂ ਨੇ ਸ਼ਾਇਦ ਪ੍ਰੈਸ ਕਾਨਫਰੰਸ ਵੀ ਰੱਖੀ ਹੋਈ ਹੈ ਦਿੱਲੀ ਦੇ ਵਿੱਚ ਕਿ ਉਹ ਕੀ ਫੈਸਲਾ ਕਰਦੀਆਂ। ਤਾਂ ਉਹਦੇ ਵਿੱਚ ਜਿਸ ਤਰ੍ਹਾਂ ਕੱਲ ਉਹਨਾਂ ਨੇ ਕਿਹਾ ਕਿ ਵਰਕਿੰਗ ਗਰੁੱਪ ਦੇ ਵਿੱਚ ਉਹਨਾਂ ਨੇ ਬਕਾਇਦਾ ਜਿਹੜਾ ਪੰਜਾਬ ਫਾਰਮੂਲਾ, ਜਿਹਨੂੰ ਉਹ ਕਹਿੰਦੇ ਆ, ਕਿ ਜਿਸ ਤਰ੍ਹਾਂ ਜਿਹੜੇ ਢੰਗ ਤਰੀਕੇ ਪੰਜਾਬ 'ਚ ਕਿਸਾਨ ਜਥੇਬੰਦੀਆਂ ਨੇ ਅਪਣਾਏ ਆਪਣੇ ਅੰਦੋਲਨ ਨੂੰ ਬਣਾਈ ਰੱਖਣ ਲਈ, ਤਿੱਖਾ ਕਰਨ ਦੇ ਲਈ, ਤਾਂ ਉਸ ਤਰ੍ਹਾਂ ਦੇ ਢੰਗ ਤਰੀਕਿਆਂ ਬਾਰੇ ਉਹਨਾਂ ਵੀ ਵਿਚਾਰਿਆ। ਤੇ ਜੇ ਬਾਕੀ ਥਾਵਾਂ ਤੇ ਵੀ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ, ਜਾਂ ਬਾਕੀ ਕਿਸਾਨ ਜਥੇਬੰਦੀਆਂ ਵੀ ਇਸ ਫੈਸਲੇ ਦੇ ਨਾਲ ਖੜ੍ਹਦੀਆਂ ਜਾਂ ਪੰਜਾਬ ਫਾਰਮੂਲੇ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੀਆਂ, ਤਾਂ ਫਿਰ ਕੀ ਸਥਿਤੀ ਬਣਨ ਵੱਲ ਜਾਏਗੀ? ਜੇ ਥੋੜ੍ਹੀ ਜਿਹੀ ਸਪੋਰਟ ਵੀ, ਕਿਸੇ ਕਿਸਮ ਦੀ ਸਪੋਰਟ ਪੰਜਾਬ ਦੀਆਂ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਨੂੰ ਮਿਲ ਗਈ ਤਾਂ ਹਾਲਤ ਹੋਰ ਵਿਗੜੇਗੀ। ਦੋਨੋਂ ਪਾਸੇ ਜਿਹੜੇ ਟੈਂਪਰਾਮੈਂਟ ਆ, ਦੋਨੋਂ ਪਾਸੇ ਦੇ ਜਿਹੜੇ ਜਿਹੜੀਆਂ ਲੈਣਾ ਉਹ ਜ਼ਿਆਦਾ ਤਿੱਖੀਆਂ ਹੋ ਜਾਣਗੀਆਂ ਤੇ ਮੁਸ਼ਕਿਲ ਹੋ ਜੂ ਰਿਜ਼ਾਲਵ ਕਰਨਾ। ਇੱਕ ਵਾਰੀ ਇਹ ਹੁੰਦਾ ਵੀ ਸੈਂਟਰ ਲਈ ਵੀ ਬੜਾ ਪ੍ਰੈਸਟੀ ਦਾ ਸਵਾਲ ਹੁੰਦਾ, ਇਹ ਕਹਿ ਕੇ ਵੀ ਹੁਣ ਜ਼ਿਆਦਾ ਚੱਲਣ ਦਿਓ, ਨਾਲ ਦੂਜੀਆਂ ਰੇਲਾਂ ਵੀ ਅਸੀਂ ਤਾਂ ਚੱਲਣ ਦੇਵਾਂਗੇ। ਇਸ ਕਿਸਮ ਦੀਆਂ ਕੰਡੀਸ਼ਨਾਂ ਲਗਾ ਕੇ ਨਾਲ ਜਿਹੜਾ ਕੀਤਾ ਜਾਵੇ, ਜਾਂ ਜਾ ਕੇ ਬਿਹਾਰ ਦੀਆਂ ਇਲੈਕਸ਼ਨਾਂ ਵਿੱਚ ਜੋ ਬੋਲਿਆ ਪ੍ਰਾਈਮ ਮਿਨਿਸਟਰ ਵੀ ਅਸੀਂ ਹੁਣ ਵਾਪਸ ਨਹੀਂ ਲਵਾਂਗੇ, ਤਾਂ ਇਹ ਆਪਣੇ ਆਪ ਵਿੱਚ ਬੜਾ ਸਿਚੁਏਸ਼ਨ ਨੂੰ ਤਿੱਖੇ ਪਾਸੇ ਲਿਜਾਣ ਦੀ ਹਾਲਤ ਹੋ ਰਹੀ ਹੈ, ਟਕਰਾਅ ਵੱਲ ਵੱਧ ਰਿਹਾ। ਇਹ ਟਕਰਾਅ ਦੇ ਵਿੱਚ ਇਹ ਪ੍ਰੋਬਲਮ ਹੈ ਵੀ ਟਕਰਾਅ ਇਸ ਲੈਵਲ ਤੇ ਜਾਵੜੂ ਜਿਹਦੇ ਵਿੱਚ ਉਹ ਹੋਰ ਕਈ ਕਿਸਮ ਦੀਆਂ ਮੰਗਾਂ ਖੜੀਆਂ। ਨਹੀਂ, ਇੱਦਾਂ ਨਹੀਂ ਲੱਗਦਾ ਸਾਹਿਬ ਕਿ ਜਿਸ ਤਰ੍ਹਾਂ ਦਾ ਟਕਰਾਅ ਕੇਂਦਰ ਵੱਲੋਂ ਜਾਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਭਾਰਤੀ ਜਨਤਾ ਪਾਰਟੀ ਵੱਲੋਂ ਹੋ ਰਹੀ ਹੈ, ਕਿ ਇਹ ਸਾਰਾ ਕੁਝ ਇੱਕ ਰਾਜਸੀ ਰੂਪ ਅਖਤਿਆਰ ਕਰਦਾ ਜਾ ਰਿਹਾ? ਸਾਰਾ ਕੁਝ ਬਿਲਕੁਲ ਰਾਜਸੀ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਸਾਰਾ ਰਾਜਸੀ ਰੂਪ ਉੱਤੇ ਆਪਾਂ ਇਸ ਉੱਤੇ ਲੰਬੀ ਗੱਲ ਕਰਨੀ ਪਊਗੀ। ਰਾਜਸੀ ਰੂਪ ਕੀ ਕਰ ਰਿਹਾ, ਜਿਹਦੇ 'ਚ ਸ਼ੰਭੂ ਮੋਰਚੇ 'ਚੋਂ ਕੁਝ ਇੰਡੀਕੇਸ਼ਨਾਂ ਇਸੇ ਲੈਵਲ ਦੀਆਂ ਆ ਰਹੀਆਂ। ਹੁਣ ਇੱਥੇ ਸਾਡਾ ਬ੍ਰੇਕ ਦਾ ਟਾਈਮ ਹੈਗਾ, ਤਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੇ ਅਸੀਂ ਆਪਣੀ ਚਰਚਾ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਕਿ ਜਿਸ ਤਰ੍ਹਾਂ ਸਿੱਧੂ ਸਾਹਿਬ ਕਹਿ ਰਹੇ ਆ ਕਿ ਸ਼ੰਭੂ ਜਿਹੜਾ ਮੋਰਚਾ ਲੱਗਿਆ ਹੈਗਾ, ਉਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਵੱਖ-ਵੱਖ ਰੁਝਾਨ, ਜਿਹੜੇ ਵੱਖ-ਵੱਖ ਵਰਤਾਰੇ ਜਿਹੜੇ ਆ, ਉਹ ਸਾਨੂੰ ਦੇਖਣ ਨੂੰ ਮਿਲ ਰਹੇ ਆ। ਤੇ ਉੱਥੋਂ ਕਿਸ ਤਰ੍ਹਾਂ ਦਾ ਰੁਖ ਜਿਹੜਾ ਇਹ ਅੰਦੋਲਨ ਹੈ ਉਹ ਅਪਣਾ ਸਕਦਾ, ਕਿਸ ਤਰ੍ਹਾਂ ਇਹ ਸਾਰਾ ਕੁਝ ਜਿਹੜਾ ਹੈ ਉਹ ਰਾਜਸੀ ਅੰਦੋਲਨ ਨੂੰ ਬਦਲਣ ਵੱਲ ਵੱਧ ਸਕਦਾ, ਔਰ ਦੇਸ਼ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸਥਿਤੀ ਪੈਦਾ ਹੋ ਸਕਦੀ ਹੈ। ਅੱਗੇ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜਦੋਂ ਬਹੁਤ ਸਾਰੇ ਗੁੰਝਲਦਾਰ ਮਾਮਲੇ ਪੈਦਾ ਹੁੰਦੇ ਸੀਗੇ, ਤਾਂ ਦੇਸ਼ ਦੇ ਅੰਦਰ ਸਰਵ ਪਾਰਟੀ ਮੀਟਿੰਗਾਂ ਬੁਲਾ ਕੇ ਵੀ ਉਹਨਾਂ ਨੂੰ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਸੀਗੇ। ਪਰ ਇਸ ਵਾਰ ਅਸੀਂ ਦੇਖਿਆ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ, ਜਾਂ ਕੇਂਦਰ ਵੱਲੋਂ ਖੇਤੀ ਬਿੱਲ ਜਿਹੜੇ ਪਾਸ ਕੀਤੇ ਗਏ, ਕਾਨੂੰਨ ਬਣਾਏ ਗਏ ਨਵੇਂ, ਉਹ ਆਏ ਆ, ਉਸ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਯਤਨ ਨਹੀਂ ਹੋਇਆ, ਨਾ ਕੇਂਦਰ ਵੱਲੋਂ ਪਹਿਲ ਕਦਮੀ ਹੋਈ ਹੈ। ਸਗੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੇ NDA ਦੇ ਭਾਈਵਾਲ ਸੀਗੇ ਪੁਰਾਣੇ ਬਹੁਤ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੈ, ਸ਼ਿਵ ਸੈਨਾ, ਉਹ ਵੀ ਉਹਨਾਂ ਨੂੰ ਛੱਡ ਕੇ ਇਹਨਾਂ ਗੱਲਾਂ ਤੋਂ ਦੂਰ ਜਾ ਕੇ ਬੈਠ ਗਏ। ਸੋ ਇਹ ਸਾਰੀ ਸਥਿਤੀ ਜਿਹੜੀ ਆ ਉਹਦੇ ਤੇ ਅਸੀਂ ਵਿਚਾਰ ਕਰਾਂਗੇ ਬ੍ਰੇਕ ਤੋਂ ਬਾਅਦ।
ब्रेक तो बाद तुहाडा मुड़ स्वागत है। सो सब जिस तरह तुसी ब्रेक तो पहला गल कर रहे सी, आपां पहला गल कीती है कि जिस तरह भारतीय किसान यूनियन अगराहां और किसान मजदूर संघर्ष कमेटी जिहड़ी माझे च खास तौर पर सरगर्म है, उन्होंने जिस तरह जिहड़ियां किसान जथेबंदियां दा एक साझा फैसला सी उस तो वक्रे फैसले लैके जिस तरह की अपनी स्थिति अख्तियार की है, उस तो बाद असीं देखते हैं कि जिहड़ा शंभू बैरीयर के उपर जिस तरह का जिहड़ा धरना है वो एक अपना वखरा ही रूप अख्तियार करता जा रहा। तो तुसीं उत्थे गए भी देखिया भी तां ਉਹ ਤੁਸੀਂ ਉਸ ਨੂੰ किस तरह किस नज़र ਨਾਲ देखते हो, या किस तरह ਦੇ ਉਹਦੇ ਆਉਣ ਵਾਲੇ ਸਮੇਂ 'ਚ ਜਿਹੜਾ ਰਾਹ ਅਪਣਾਇਆ ਜਾ ਸਕਦਾ ਉੱਥੇ? देखो पहला जिहड़ा सी किसान जथेबंदियां जिहड़ियां है दोनों जिहड़ियां इस किस्म दियां जथेबंदियां सारे पंजाब च काम कर रही हैं, उन्हां सारे जथेबंदियां दा जिहड़ा प्रोग्राम है वो सारा किसान मंगां तक है। खास करके बहुता जिहड़ा फोकस है उन्हां दा वो MSP है, भी MSP द्वारा बहाल की जाए, अश्योर की जाए भी मिलेगी सारे किसानां नूं। उन्हां दा मेन फोकस इस है। पर जिहड़े शंभू मोर्चा है वो इस दे नाल ऐड कर रहा है भी ये मसला दे पिछे जड़ है जिहड़ी वो पॉलिटिक्स है। पॉलिटिक्स ये है भी इन्होंने साडा जिहड़ा सिस्टम है सारे अधिकार है वो सेंट्रलाइजेशन हो गई है, केंद्रीकरण हो गया, उहदे कोले चले गए। सानू अधिकारां लई ये जदोजहद करना चाहिए। इस करके उन्हां दा जिहड़ा फोकस है जुड़े किसानां नाल ही है, पर एक वड्डे लैवल ते वो पोलीटिकल फ्रेमवर्क इकट्ठा करके लिया रहा जिहदे च कह रहा भी खेतरी पार्टी तकड़ी करो, खेतरी पार्टी के संबंध उत्ते एक लूज जिहा प्लेटफार्म बनाओ। वो कोशिश कर रहे हैं जिहदे विच सारे जिहड़े अकाली दल ते कांग्रेस तो पासे दे जिहड़े लीडर है जिन्हां विच उन्हां सारिआं नूं इकट्ठा करन दी कोशिश कर रहे हैं। ये अपने आप विच एक खास किस्म की वड्डी डिवेलपमेंट है जिहदे च हो सकदा कि जिहड़ा ये सुखबीर बादल है उसदा अकाली दल मुड़ के टेक ऑफ ही ना कर सके तो वो दूजा प्लेटफार्म अकाली दल दे वल वड्डा प्लेटफार्म खड़ा हो जाए, या रीजनल पार्टी का प्लेटफार्म सुखबीर बादल ने भी कुछ प्रतिक्रम दिता, बहुत ज़्यादा सख्त प्रतिक्रम दिता। वो कह रहा भी ये एक्चुअली ये तुसी कोशिश कर रहे हो सानू ढाह लाउण दी कोशिश कर रहे, क्योंकि ये जिहड़ा शंभू मोर्चा है उहदे उत्ते परमिंदर ढींडसा भी जा रहा है, उहदे उत्ते खैरा भी जा रहा है, सिद्धू नूं भी उन्होंने इनवाइट किया, नवजोत सिद्धू नूं भी इनवाइट किया, गांधी नूं भी किया। वो इस किस्म के जिहड़े सारे ये डेमोक्रेटिक मूँह मत्थे वाले लोग है जां रीजनल पार्टी दी या रीजनल ताकत की गल कर रहे हैं भी रीजनल पार्टी इत्थे खड़ी की जाए, वो सारे इस प्लेटफार्म ते इकट्ठे हो रहे हैं। ये नहीं पता भी किन्ने होणगे या नहीं होणगे। अज दी एफर्ट्स इस किस्म की है। तो आ जिहड़ा आर्थिक लैवल ते घेराबंदी की है, ये नाल इन्हां नूं ताकत मिलेगी, शंभू मोर्चे नूं भी मिलेगी, किसानां दीआं दूजियां जथेबंदियां नूं भी ताकत मिलेगी। पर उहदे च सिर्फ तुहानूं लगदा है कि जिस तरह उत्थे इकट्ठे हो रहे हैं वक्-वक् जिहड़ियां धिरां जां जिन्हां दे तुसीं वक्-वक् आगूआं दे नां लए है कि ये एक खेतरी पार्टी बनाउण लई भी अगे वध सकदे आ, जां खेतरी पार्टी क्योंकि पंजाब दे विच जिस तरह की एक तीसरी धिर की घाट महसूस की जा रही है कि पंजाब दे विच पिछले लंबे समय तो कांग्रेस या अकाली भाजपा गठजोड़ है वही बदल के सरकार बनाउंदे रहे है। तो असीं देखते हैं कि जदों 2014 दे विच पहली बार उन्होंने अपने आम आदमी पार्टी नूं इत्थे हंगारा मिलिया, 4 जिहड़ियां लोक सभा दीयां सीटां उन्होंने जित्तियां, और 2017 दे विच पंजाब दे लोकां नूं इह आस सीगी कि वो इत्थे तीसरा बदल जिहड़ा है बन के आम आदमी पार्टी उभरेगी। पर आम आदमी पार्टी अपनियां गलतियां करके उस तरह का जिहड़ा लोकां दा हंगारा उन्होंने मिलना सी वो नहीं प्राप्त कर सके। तो की तुहानूं लगदा है कि ये जिस तरह की पंजाब की राजसी स्थिति है इहदे विच ये तीसरा जिहड़ी तुसीं गल कर रहे हैं खेतरी पार्टी बनाउण दी, जिहड़े वो लोग उत्थे सोच रहे हैं जां उत्थे ऐलान कर रहे हैं जां इस किस्म के फैसले लैण वाल वो चर्चा करते हैं, तो तुहानूं की लगता है कि ये बन जाएगी तीसरी धिर? देखो इसका किन्नी क ताकत फड़ेगी नहीं फड़ेगी, पर इस बार थोड़ा जिहा जिहड़ा एक्सपैरीमेंट हो रहा है वो दूजे पहले एक्सपैरीमेंटां तो वखरा है। पहली गल तो कांग्रेस का सेंटर भी दिल्ली है, हाई कमांड उन्होंने दिल्ली बैठी है, तो अकाली दल की हाई कमांड भी बीजेपी बन गई सी, वो भी दिल्ली बैठी है। अकाली दल रीजनल पार्टी रहा ही नहीं सी। इस करके हुण इन्हां दी कोशिश है भी आम आदमी पार्टी का एक्सपैरीमेंट ही तां फेल होया भी उत्थे केजरीवाल कोले सारी सेंट्रल कमांड है जिहड़ी पंजाब तो बाहर सी। हुण इन्हां दी सारी थिंकिंग इस लैवल ते चल रही है भी ये जिहड़े बंदे आ सारे जे इकट्ठे एक प्लेटफार्म तक होण तां जिहड़ी इहदी कमांड भी है वो भी इत्थे पंजाब 'च ही रहेगी, जिवें होर रीजनल पार्टियां दी है। देश दे विच बहुत रीजनल पार्टियां जिथे भी है उन्हों की कमांड उत्थे ही है।
ਤੁਸੀਂ ਮਮਤਾ ਦੇ ਵੀ ਉੱਥੇ ਹੈ ਤੇ ਇਸ ਦੀ ਮੁਲਾਇਮ ਸਿੰਘ ਯਾਦਵ ਥੱਲੇ ਸਾਊਥ ਵਾਲੇ ਤਾਮਿਲਨਾਡੂ ਵਾਲਿਆਂ ਦੀ, ਇਹਦਾ ਵੀ ਇਸ ਕਿਸਮ ਦੇ ਐਕਸਪੈਰੀਮੈਂਟ ਉੱਤੇ ਲੋਕ ਕੰਮ ਕਰ ਰਹੇ ਆ। ਤੇਲੰਗਾਨਾ 'ਚ ਵੀ ਇਸ ਤਰ੍ਹਾਂ, ਤੇਲੰਗਾਨਾ 'ਚ ਵੀ, ਹਾਂ ਆਂਧਰਾ 'ਚ ਵੀ ਇਸ ਤਰੀਕੇ ਤੇ ਇਹ ਪੰਜਾਬ ਦਾ ਜਿਹੜਾ ਆਮ ਆਦਮੀ ਦਾ ਐਕਸਪੈਰੀਮੈਂਟ ਫੇਲ ਹੋਣ ਦਾ ਕਾਰਨ ਹੀ ਇਹ ਹੋਇਆ ਕਿ ਉਹਦਾ ਫਿਰ ਕੇਂਦਰ ਹੈ ਉਹ ਪੰਜਾਬ ਤੋਂ ਬਾਹਰ ਦਿੱਲੀ ਕੋਲੇ ਆ ਗਿਆ। ਤੇ ਦਿੱਲੀ ਵਾਲੇ ਦਾ ਜਿਹੜਾ ਇੰਟਰਸਟ ਹੁੰਦਾ ਉਹ ਨੈਸ਼ਨਲ ਇੰਟਰਸਟ ਹੁੰਦਾ, ਉਹ ਖੇਤਰੀ ਇੰਟਰਸਟ ਨਹੀਂ ਹੁੰਦਾ, ਰੀਜਨਲ ਨਹੀਂ ਹੁੰਦਾ। ਇਸ ਕਰਕੇ ਫਿਰ ਆਪਸ ਵਿੱਚ ਦੀ ਪਾੜਾ ਪੈ ਜਾਂਦਾ, ਜਿਹਦੇ ਕਰਕੇ ਖੇਤਰੀ ਮੰਗਾਂ ਹੋਰ ਹੈ, ਨੈਸ਼ਨਲ ਲੈਵਲ ਦੀ ਥਿੰਕਿੰਗ ਹੋਰ ਹੈ ਜਾਂ ਹੋਰ ਮੰਗਾਂ, ਤੇ ਜਿਹਦੇ ਵਿੱਚ ਫਰਕ ਕਰਕੇ ਇਹ ਬਹੁਤ ਵੱਡਾ ਧੱਕਾ ਆਮ ਆਦਮੀ ਪਾਰਟੀ ਨੂੰ ਲੱਗਿਆ ਸੀ, ਜਿਹੜੀ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈ ਹੈ। ਤਾਂ ਵੈਸੇ ਸਿਰ ਸਾਹਿਬ ਇਸ ਤਰ੍ਹਾਂ ਨਹੀਂ ਹੈ ਕਿ ਜਿਸ ਤਰ੍ਹਾਂ ਤੁਸੀਂ ਆਰਥਿਕ ਘੇਰਾਬੰਦੀ ਦੀ ਗੱਲ ਕੀਤੀ ਹੈ, ਜਾਂ ਜਿਸ ਤਰ੍ਹਾਂ ਕੇਂਦਰ ਨੇ ਹੁਣ ਸ਼ਰਤ ਲਾ ਦਿੱਤੀ ਹੈ ਕਿ ਤੁਸੀਂ ਜੇ ਮਾਲ ਗੱਡੀਆਂ ਅਸੀਂ ਤਾਂ ਚਲਾਵਾਂਗੇ ਜੇ ਤੁਸੀਂ ਮੁਸਾਫਰ ਗੱਡੀਆਂ ਦਾ ਜਿਹੜਾ ਰਾਹ ਬੰਦ ਕੀਤਾ ਹੈ, ਉੱਥੇ ਰੇਲਾਂ ਪਟੜੀਆਂ ਉੱਤੇ ਰੋਕਾਂ ਲਾਈਆਂ ਹੋਈਆਂ, ਉਹਨਾਂ ਨੂੰ ਖਤਮ ਕਰੋ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਕਿਤੇ ਰਾਜਸੀ ਰੁਖ ਅਖਤਿਆਰ ਤਾਂ ਨਹੀਂ ਕਰੇਗਾ ਕਿ ਰਾਜਸੀ ਪਾਰਟੀਆਂ ਇਸ ਦੇ ਖਿਲਾਫ ਲਾਮਬੰਦ ਹੋਣੀਆਂ ਸ਼ੁਰੂ ਹੋ ਜਾਣ? ਵੇਖੋ ਹੁਣ ਇਹੋ ਜਿਹੀ ਸਿਚੁਏਸ਼ਨ ਹੋ ਗਈ, ਨਾ ਅਕਾਲੀ ਦਲ ਸੈਂਟਰ ਦੇ ਹੱਕ 'ਚ ਭੁਗਤ ਸਕਦਾ, ਸੁਖਬੀਰ ਬਾਦਲ ਅਕਾਲੀ ਦਲ ਵੀ ਨਹੀਂ ਭੁਗਤ ਸਕਦਾ, ਕਾਂਗਰਸ ਤਾਂ ਭੁਗਤੇਗੀ ਨਹੀਂ, ਉਹ ਤਾਂ ਵਿਰੋਧੀ ਪਾਰਟੀ ਦੇ ਲੈਵਲ ਤੇ ਖੜੀ ਹੈ। ਆ ਜਿਹੜਾ ਦੂਜਾ ਸ਼ੰਭੂ ਮੋਰਚੇ ਦਾ ਪਲੇਟਫਾਰਮ ਵਰਗਾ ਇਹ ਵੀ ਨਹੀਂ ਭੁਗਤੇਗਾ। ਇਸ ਕਰਕੇ ਮੋਟੇ ਲੈਵਲ ਤੇ ਇੱਕ ਬੀਜੇਪੀ ਨੂੰ ਛੱਡ ਕੇ ਸਾਰੀ ਜਿੰਨੀ ਇੱਥੋਂ ਦੀ ਪੋਲੀਟੀਕਲ ਜਮਾਤ ਹੈ ਪੰਜਾਬ ਦੀ, ਉਹ ਇਸ ਵੇਲੇ ਸੈਂਟਰ ਦੇ ਵਿਰੁੱਧ ਖੜੀ ਹੈ। ਇਹ ਆਪਣੇ ਆਪ ਵਿੱਚ ਸੈਂਟਰ ਦੇ ਵੱਲੋਂ ਵੀ ਹੈ ਵੀ ਐਡੀ ਵੱਡੀ ਕਦੇ ਪੋਲੀਟੀਕਲ ਕਲਾਸ ਇੱਥੇ ਇਕੱਠੀ ਨਹੀਂ ਸੀ ਹੋਈ, 80 'ਚ ਵੀ ਨਹੀਂ ਸੀ ਹੋਈ। ਉਦੋਂ ਬਹੁਤ ਵੱਡਾ ਹਿੱਸਾ ਸਪੋਰਟ ਕਰਦਾ ਰਿਹਾ ਸੀਗਾ ਦਿੱਲੀ ਦੀ। ਉਦੋਂ ਕਾਂਗਰਸ ਸਿੱਧੀ ਕਾਫੀ ਵੱਡਾ ਹਿੱਸਾ ਕਾਂਗਰਸ ਦਾ ਪੰਜਾਬ ਦੇ ਵਿੱਚ ਬੈਠਾ ਸੀ, ਉਹਨਾਂ ਦੀ ਆਰਗੇਨਾਈਜੇਸ਼ਨ ਸੀ ਬਹੁਤ ਵੱਡੀ। ਬੀਜੇਪੀ ਵੀ ਉਧਰ, ਜਨਸੰਘ ਬੀਜੇਪੀ ਵੀ ਉਧਰ ਸਪੋਰਟ ਕਰਦੀ ਸੀ, ਔਰ ਲੈਫਟ ਵਾਲੇ ਵੀ ਉਸ ਵੇਲੇ ਦਿੱਲੀ ਦੀ ਸਪੋਰਟ 'ਚ ਸੀਗੇ। ਹੁਣ ਇਹ ਸਾਰੇ ਗਰੁੱਪ ਹੈ ਜਿਹੜੇ ਇੱਥੇ ਪੰਜਾਬ ਕੇਂਦਰਿਤ ਹੋ ਗਏ। ਤੁਸੀਂ ਇਹ ਦੇਖੋ ਮੇਰਾ ਖਿਆਲ ਹੈ ਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇਹ ਹੋਇਆ ਵੀ ਹੁਣ ਲੈਫਟ ਦਾ ਦੇਖੋ, ਲੈਫਟ ਨੇ ਜਿਹੜਾ ਅਟੈਕ ਕਰ ਰਹੇ ਆ ਕਾਰਪੋਰੇਟ ਤਾਂ ਕਰ ਰਹੇ ਆ। ਸੈਂਟਰ ਦਾ ਏਜੰਡਾ ਕੀ ਹੈ ਮੋਦੀ ਦਾ, ਵੀ ਕਾਰਪੋਰੇਟ ਮੈਂ ਲੈ ਕੇ ਆਉਣਾ, ਕਾਰਪੋਰੇਟ ਅਬਾਨੀ ਅਦਾਨੀ ਉਹਨਾਂ ਦਾ ਸਿੰਬਲ ਹੈ, ਉਹ ਦੋਨੋਂ ਲੈ ਕੇ ਆਉਣੇ। ਇੱਕ ਤਾਂ ਇਹ ਏਜੰਡਾ, ਦੂਸਰਾ ਏਜੰਡਾ ਇਹ ਹੈ ਵੀ ਸਾਰੀਆਂ ਪਾਵਰਾਂ ਦਾ ਕੇਂਦਰੀਕਰਨ ਮੈਂ ਆਪਦੇ ਕੋਲੇ ਕਰਨਾ। ਅੱਛਾ, ਲੈਫਟ ਨੇ ਵੀ ਇਹਨਾਂ ਦੋਨਾਂ ਉੱਤੇ ਸੱਟ ਮਾਰੀ ਆ। ਹੁਣ ਕਾਰਪੋਰੇਟ ਦੇ ਅਗੇਂਸਟ ਵੀ ਸਾਰਾ ਕਰ ਰਹੇ ਆ। ਦੂਜੀ ਮੰਗ ਉਹਨਾਂ ਦੀ ਇਹ ਹੈ ਵੀ ਤੁਸੀਂ 253 ਜਿਹੜੀ ਧਾਰਾ ਉਹਨੂੰ ਖਤਮ ਕਰੋ। ਇਹ 254 ਧਾਰਾ ਕੀ ਹੈ ਸਾਹਿਬ? 253 ਧਾਰਾ 'ਚ ਇਹੀ ਹੈ ਵੀ ਜਿਹੜੀਆਂ ਕੁਝ ਸਬਜੈਕਟ ਉੱਤੇ ਸਟੇਟ ਵੀ, ਸੂਬੇ ਵੀ ਆਪਣੇ ਕਾਨੂੰਨ ਬਣਾ ਸਕਦਾ ਤੇ ਉਹਦੇ ਉੱਤੇ ਕੇਂਦਰ ਵੀ ਬਣਾ ਸਕਦਾ, ਪਰ ਜਦੋਂ ਕਾਨੂੰਨ ਬਣਨਗੇ ਉਹ ਕੇਂਦਰ ਦੇ ਹੀ ਪ੍ਰਵੇਲ ਕਰਨਗੇ ਉਸ ਕੰਕਰੈਂਟ ਲਿਸਟ ਉੱਤੇ। ਇਸੇ ਕਰਕੇ ਹੁਣ ਲੈਫਟ ਨੇ ਵੀ ਡਿਮਾਂਡ ਕਰਤੀ ਹੈ ਵੀ ਤੁਸੀਂ ਕਮ ਸੇ ਕਮ 254 ਨੂੰ ਖਤਮ ਕਰੋ ਧਾਰਾ ਨੂੰ। ਇਸ ਕਰਕੇ ਆਪਣੇ ਆਪ 'ਚ ਇੱਕ ਵੱਡੀ ਡਿਵੈਲਪਮੈਂਟ ਹੈ ਨਾ। ਇਹ ਵੀ ਤਾਂ ਇੱਕ ਮੁੱਦਾ ਫਿਰ ਬਣ ਹੀ ਸਕਦਾ, 254 ਵਾਲਾ ਵੀ ਨਾਲ ਜੁੜ ਸਕਦਾ ਹੈ। ਹਾਂ, ਇਸੇ ਕਰਕੇ ਕਨਸਟੀਟਿਊਸ਼ਨਲ ਚੇਂਜਸ, ਪੋਲੀਟੀਕਲ ਚੇਂਜਸ, ਇਹ ਸਾਰੀਆਂ ਵੱਡੀਆਂ ਚੇਂਜਸ ਆ ਰਹੀਆਂ ਜਿਹੜੀਆਂ ਕਿ ਇਕੱਲੀ ਡਿਮਾਂਡ ਨਹੀਂ ਰਹਿ ਗਈਆਂ, ਇਹ ਪੋਲੀਟੀਕਲ ਮਸਲੇ ਆ ਸਾਰੇ। ਇਸ ਕਰਕੇ ਪੋਲੀਟਿਕਸ ਵੱਡੇ ਲੈਵਲ ਤੇ ਐਂਟਰ ਹੋ ਰਹੀ ਹੈ। ਪੋਲੀਟਿਕਸ ਦੀਆਂ ਸਾਰੀਆਂ ਧਿਰਾਂ ਇਕੱਠੀਆਂ ਹੋ ਗਈਆਂ। ਮੋਟੇ ਲੈਵਲ ਤੇ ਕਹਿ ਸਕਦੇ ਆ ਥੋੜ੍ਹਾ ਜਿਹਾ ਬੀਜੇਪੀ ਦਾ ਪਹਿਲਾਂ ਵੀ ਬਹੁਤ ਘੱਟ ਆਧਾਰ ਸੀ ਇੱਥੇ, ਤੇ ਉਹ ਤਾਂ ਜ਼ਿਆਦਾ ਇਹ ਕਹਿ ਦਿੰਦੇ ਅਕਾਲੀ ਦਲ ਦੇ ਮੋਢਿਆਂ ਤੇ ਚੜ੍ਹ ਕੇ ਇਹੋ ਪੋਲੀਟਿਕਸ ਕਰਦੀ ਸੀ। ਜ਼ਿਆਦਾ ਜਦੋਂ ਆਉਂਦੀਆਂ ਰਹੀਆਂ ਉਹ ਅਕਾਲੀ ਦਲ ਨਾਲ ਜਦੋਂ ਦਾ ਉਹਨਾਂ ਦਾ ਗੱਠਜੋੜ ਹੋਇਆ, ਖਾਸ ਕਰਕੇ 95-96 ਦੇ ਵਿੱਚ ਜਾ ਕੇ ਜਦੋਂ ਹੁੰਦਾ ਹੈ, ਜਦੋਂ ਅਟਲ ਬਿਹਾਰੀ ਵਾਜਪਾਈ ਹੋਣੀ ਕੇਂਦਰ 'ਚ ਪ੍ਰਧਾਨ ਮੰਤਰੀ ਬਣਦੇ ਆ, ਤਾਂ ਉਸ ਸਮੇਂ ਜਦੋਂ ਇਹ ਕੌਮੀ ਜਮਹੂਰੀ ਗੱਠਜੋੜ ਦੀ ਜਿਹੜਾ ਕਾਇਮ ਹੁੰਦਾ ਹੈ, ਤਾਂ ਉਸ ਸਮੇਂ ਜਦੋਂ ਇਹ ਇਹਨਾਂ ਦੀ ਸਾਂਝ ਪੈਂਦੀ ਹੈ, ਉਸ ਤੋਂ ਬਾਅਦ ਹੀ ਬੀਜੇਪੀ ਦਾ ਤਾਂ ਇੱਥੇ ਵਜੂਦ ਬਣਿਆ। ਪਹਿਲਾਂ ਵਜੂਦ ਹੀ ਹੈ ਨਹੀਂ ਸੀਗਾ, ਜਨਸੰਘ ਦਾ ਵਜੂਦ ਬਹੁਤ ਛੋਟਾ ਰਿਹਾ। ਵੱਧ ਤੋਂ ਵੱਧ ਇੱਥੇ ਕਿਸੇ ਵੇਲੇ 7 MLA ਹੁੰਦੇ ਸੀਗੇ, ਤੇ ਕਿਸੇ ਵੇਲੇ ਪੰਜਾਬ 66-67 'ਚ ਜਦੋਂ ਡਾਂਗ ਵਰਗੇ, ਸਤਪਾਲ ਡਾਂਗ ਵਰਗੇ ਇੱਥੇ MLA ਬਣੇ ਆ, ਮਿਨਿਸਟਰ ਤੱਕ ਬਣੇ ਆ, ਉਹ ਜ਼ਿਆਦਾ ਘੱਟ। ਉਦੋਂ ਪਿੱਛੋਂ ਫਿਰ ਜਿਹੜਾ ਹੁਣ ਇਹਨਾਂ ਦੇ 20-22 MLA ਅਕਾਲੀ ਦਲ ਨਾਲ ਜੁੜ ਕੇ ਬੀਜੇਪੀ ਦੇ ਬਣੇ, ਪਹਿਲਾਂ ਕਦੇ ਨਹੀਂ ਸੀ ਇੰਨੇ ਬਣੇ। ਇਸ ਕਰਕੇ ਹੁਣ ਅਕਾਲੀ ਦਲ ਨਾਲ ਵੀ ਇਹਨਾਂ ਦਾ ਸਮਝੌਤਾ ਟੁੱਟ ਗਿਆ। ਇਸ ਕਰਕੇ ਹੁਣ ਮੋਟੇ ਲੈਵਲ ਤੇ ਅਸੀਂ ਕਹਿ ਦਈਏ ਵੀ ਹੁਣ ਅਕਾਲੀ ਜਿਹੜੇ ਬੀਜੇਪੀ ਦੇ ਬੰਦੇ ਆ, ਕਿਸਾਨ ਮੋਰਚੇ ਦਾ ਜਿਹੜਾ ਪ੍ਰਧਾਨ ਹੈ, ਸਾਰੇ ਇਹ ਤਾਂ ਰਿਜ਼ਾਈਨ ਕਰੀ ਜਾ ਰਹੇ ਆ। ਹੁਣ ਅਟੈਕ ਹੀ ਉਹਨਾਂ ਦੇ ਘਰਾਓ ਤਾਂ ਉਹਨਾਂ ਦੇ ਘਰਾਂ ਦਾ ਹੋ ਰਿਹਾ, ਜਾਂ ਉਹਨਾਂ ਦੇ ਸਾਰੇ ਰੈਜ਼ੀਡੈਂਸ ਦਾ ਘਰਾਓ ਕਰ ਰਿਹਾ। ਇਸ ਕਰਕੇ ਅਟੈਕ ਹੈ ਹੀ ਬੀਜੇਪੀ ਦੇ ਲੀਡਰ। ਵੈਸੇ ਵੀ ਸਿਰਫ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਹੁਣ ਜਿਹੜੇ ਬੀਜੇਪੀ ਦੇ ਆਗੂ ਹੈ ਸਥਾਨਕ ਪੱਧਰ ਦੇ ਉੱਪਰ, ਔਰ ਉਹ ਛੱਡ ਕੇ ਅਕਾਲੀ ਦਲ 'ਚ ਹੀ ਸ਼ਾਮਲ ਹੋ ਰਿਹਾ।
ਚਲੋ ਇਸ ਕਰਕੇ ਇਹ ਇੱਕ ਤਰੀਕਾ ਵੀ ਅਕਾਲੀ ਦਲ ਉਹਨਾਂ ਲਈ ਜ਼ਿਆਦਾ ਸੌਫਟ ਹੈ, ਪੁਰਾਣਾ ਸੰਬੰਧ ਹੈ, ਇਸ ਕਰਕੇ ਉਹਦੇ ਨਾਲ ਜੁੜ ਰਹੇ ਹੈ। ਤੇ ਇਹ ਵੱਡੀ ਤਬਦੀਲੀ ਆ ਰਹੀ ਹੈ ਜਿਹੜੀ ਕਿ ਬਹੁਤ ਇਹਦੇ ਪਿੱਛੇ ਮੈਂ ਤਾਂ ਕਾਫੀ ਵੱਡੀ ਪੋਲੀਟੀਕਲ ਤਬਦੀਲੀ ਦੇਖ ਰਿਹਾ, ਮੈਨੂੰ ਲੱਗ ਰਹੀ ਹੈ, ਇੰਡੀਕੇਸ਼ਨ ਵੀ ਆ ਰਹੇ ਹੈ, ਤੇ ਜਿਹੜੀ ਕਿ ਕੱਲੀ ਖਾਲੀ ਕਿਸਾਨੀ ਮੰਗਾਂ ਤੱਕ ਸੀਮਿਤ ਨਹੀਂ ਹੈ, ਇਸ ਤੋਂ ਅੱਗੇ ਜਾਏਗੀ। ਇਹ ਸਿਰ ਸਾਹਿਬ ਆਪਣਾ ਸਮਾਂ ਵੀ ਖਤਮ ਹੋ ਰਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਜੋ ਕੁਛ ਅਸੀਂ ਆਪਣੇ ਅੱਜ ਦੇ ਵਿਚਾਰ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ, ਉਸ ਦੇ ਕਈ ਤਰ੍ਹਾਂ ਦੇ ਜਿਹੜੇ ਸੰਕੇਤ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ ਮਿਲ ਰਿਹਾ ਹੈ ਕਿ ਜਿਸ ਤਰ੍ਹਾਂ ਕੇਂਦਰ ਨੇ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਮਾਲ ਗੱਡੀਆਂ ਦੇ ਸਵਾਲ ਦੇ ਉੱਤੇ ਤੇ ਮੁਸਾਫਰ ਗੱਡੀਆਂ ਦੇ ਸਵਾਲ ਦੇ ਉੱਤੇ ਜਿਹੜਾ ਰੁਖ ਅਪਣਾਇਆ ਤੇ ਉਸ ਨੂੰ ਕਿਸ ਤਰ੍ਹਾਂ ਜਿਹੜਾ ਹੈ ਇਹ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਕੇਂਦਰ ਪੰਜਾਬ ਦੀ ਆਰਥਿਕ ਘੇਰਾਬੰਦੀ ਦੇ ਰਾਹ ਪੈ ਗਿਆ ਹੈਗਾ। ਤੇ ਸਿੱਧੂ ਸਾਹਿਬ ਦੀ ਇਹ ਰਾਏ ਹੈ ਬਕਾਇਦਾ ਕਿ ਜੇ ਇਹ ਸਥਿਤੀ ਬਣਦੀ ਹੈ ਤਾਂ ਪੰਜਾਬ ਦਾ ਸਮੁੱਚਾ ਜਿਹੜਾ ਰਾਜਸੀ ਪਾਰਟੀਆਂ ਹੈਗੀਆਂ ਜਾਂ ਰਾਜਸੀ ਜਮਾਤ ਹੈਗੀ ਹੈ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ, ਉਹ ਤੇ ਕੇਂਦਰ ਦੇ ਵਿੱਚ ਇੱਕ ਟਕਰਾਅ ਵਾਲੀ ਸਥਿਤੀ ਜਿਹੜੀ ਹੈ ਉਹ ਬਣਦੀ ਜਾ ਰਹੀ ਆ ਔਰ ਰਾਜਸੀ ਪੱਧਰ ਦੇ ਉੱਤੇ ਇਹ ਅੰਦੋਲਨ ਜਿਹੜਾ ਇਹ ਬਦਲਣ ਵੱਲ ਜਿਹੜਾ ਇੱਕ ਉਹਦੇ ਸੰਕੇਤ ਜਿਹੜੇ ਆ ਉਹ ਮਿਲ ਰਿਹਾ। ਇੱਥੇ ਹੀ ਅਸੀਂ ਅੱਜ ਦੀ ਆਪਣੀ ਚਰਚਾ